Hello everyone, welcome to my channel. So in this video we will discuss about essay paper for Punjab PCS mains exam. So first of all we will see कि किन्ने essay Punjab PCS ਤੋਂ ਪੁੱਛੇ ਜਾਂਦੇ ਐਂਡ ਕਿੰਨੇ essay ਆਪਾਂ ਅਟੈਂਪਟ ਕਰਨੇ ਹੁੰਦੇ ਆ। ਟੋਟਲ ਦੇਖੋ 6 ਐਸੇਸ ਜਿਹੜੇ ਹੈਗੇ ਆ ਉਹ ਪੰਜਾਬ PCS ਮੇਨਸ ਪੇਪਰ ਦੇ ਵਿੱਚ ਆਉਂਦੇ ਆ ਐਂਡ ਉਹਨਾਂ ਦੇ ਵਿੱਚੋਂ ਆਪਾਂ 3 ਅਟੈਂਪਟ ਕਰਨੇ ਹੁੰਦੇ ਆ। ਜੋ ਤੁਸੀਂ ਤੁਹਾਡੇ ਸਾਹਮਣੇ ਪੇਪਰ ਹੈ ਉਹ ਪੰਜਾਬ PCS 2021 ਦਾ ਐਸੇ ਦਾ ਪੇਪਰ ਹੈਗਾ। ਇਹਦੇ ਵਿੱਚ ਆਪਾਂ ਦੇਖੋ ਟੋਟਲ 6 ਐਸੇਜ਼ ਪੁੱਛੇ ਗਏ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਟੋਟਲ 3 ਅਟੈਂਪਟ ਕਰਨੇ ਸੀਗੇ ਐਂਡ ਈਚ ਐਸੇ ਕੈਰੀਜ਼ 50 ਮਾਰਕਸ। ਠੀਕ ਹੈ ਜੀ, 3 ਐਸੇ ਨੇ 50 ਮਾਰਕਸ ਦਾ ਇੱਕ ਐਸੇ ਹੁੰਦਾ ਮੀਨਸ ਕਿ ਟੋਟਲ 150 ਮਾਰਕਸ ਦਾ ਟੋਟਲ ਪੇਪਰ ਹੋ ਜਾਂਦਾ। ਇਸ ਵਿੱਚ ਦੇਖੋ ਤੁਹਾਨੂੰ ਜੋ 6 ਐਸੇਜ਼ ਆ ਉਹ ਕੰਬਾਈਨ ਦੇ ਦੇਣਗੇ। ਇਹ UPSC ਦੇ ਵਾਂਗੂ ਨਹੀਂ ਹੈਗਾ, ਤੁਹਾਨੂੰ ਸੈਕਸ਼ਨ ਹੋਊਗਾ। UPSC ਜਿਵੇਂ ਸੈਕਸ਼ਨ ਹੁੰਦਾ, ਸੈਕਸ਼ਨ A ਹੁੰਦਾ, ਸੈਕਸ਼ਨ B ਹੁੰਦਾ, ਠੀਕ ਹੈ ਨਾ। ਸੈਕਸ਼ਨ ਵਾਈਜ਼ ਆਪਾਂ ਐਸੇਜ਼ ਅਟੈਂਪਟ ਕਰਨੇ ਹੁੰਦੇ ਆ, ਲੇਕਿਨ ਪੰਜਾਬ PCS ਤੋਂ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਨਾਓ ਪੰਜਾਬ PCS ਤੋਂ ਜੋ ਐਸੇ ਦਾ ਐਗਜ਼ਾਮ ਆ ਦੇਖੋ ਇਟਸ ਵੈਰੀ ਇੰਪੋਰਟੈਂਟ ਐਗਜ਼ਾਮ। ਹੁਣ ਇਹ ਐਗਜ਼ਾਮ ਇੰਪੋਰਟੈਂਟ ਕਿਉਂ ਹੈਗਾ ਇਹਦੇ ਬਾਰੇ ਵੀ ਆਪਾਂ ਇੱਕ ਦੋ ਗੱਲਾਂ ਡਿਸਕਸ ਕਰਨੀਆਂ ਹੈਗੀਆਂ। ਫਸਟ ਆਫ ਆਲ ਇਹ ਬਹੁਤ ਸਕੋਰਿੰਗ ਪੇਪਰ ਆ, ਠੀਕ ਹੈ। ਨਾਓ ਸਕੋਰਿੰਗ ਕਿਉਂ ਆ? ਬਿਕੋਜ਼ ਇਨ GS ਆਪਾਂ ਮੋਸਟਲੀ 120 ਮਾਰਕਸ ਜਾਂ 125 ਜਾਂ 130 ਐਟ ਮੈਕਸ ਆਪਾਂ 130 ਮਾਰਕਸ ਲੈ ਸਕਦੇ ਹਾਂ, ਜੋ ਕਿ ਮੋਟਾ 50 to 55% ਬਣਦਾ। ਠੀਕ ਹੈ, 250 ਮਾਰਕਸ ਦਾ ਟੋਟਲ ਪੇਪਰ ਹੁੰਦਾ, ਇਹਦੇ ਵਿੱਚ ਕੋਈ 125 50% ਬਣ ਜਾਂਦੇ ਨੇ, ਤਾਂ 50 to 55 ਮਾਰਕਸ ਆਪਾਂ ਲੈ ਸਕਦੇ ਹਾਂ। ਲੇਕਿਨ ਇਨ ਐਸੇ ਵੀ ਕੈਨ ਸਕੋਰ 40 ਆਊਟ ਆਫ 50 ਮਾਰਕਸ ਤੱਕ ਐਸੇ ਹੁੰਦਾ, 40 ਮਾਰਕਸ ਵੀ ਆਪਾਂ ਲੈ ਸਕਦੇ ਹਾਂ। ਟੋਟਲੀ 120 ਨੰਬਰ ਵੀ ਆਪਾਂ ਇਸ ਪੇਪਰ ਦੇ ਵਿੱਚ ਲੈ ਸਕਦੇ ਹਾਂ, ਕਿਉਂਕਿ ਜੋ 2021 'ਚ BCS ਦਾ ਐਗਜ਼ਾਮ ਹੋਇਆ ਸੀ, ਜੋ ਟੋਪਰਸ ਨੇ ਉਹਨਾਂ ਨੇ 120 ਮਾਰਕਸ ਵੀ ਸਕੋਰ ਕੀਤੇ ਹੋਏ ਆ। ਠੀਕ ਹੈ ਨਾ। ਸੋ 120 ਮਾਰਕਸ ਦੇਖੋ 80% ਮਾਰਕਸ ਬਣ ਜਾਂਦੇ, ਵਿਚ ਇਜ਼ ਬਹੁਤ ਜ਼ਿਆਦਾ। ਦੇਖੋ ਬਹੁਤ ਜ਼ਿਆਦਾ 80% ਮਾਰਕਸ ਹੁੰਦੇ ਆ। ਜਿੱਥੇ GS ਦੇ ਵਿੱਚ ਆਪਾਂ 50% ਤੋਂ ਉੱਪਰ ਨਹੀਂ ਟੱਪ ਰਹੇ, ਉੱਥੇ ਐਸੇ ਦੇ ਵਿੱਚ ਆਪਾਂ 80% ਮਾਰਕਸ ਵੀ ਲੈ ਸਕਦੇ ਹਾਂ ਐਂਡ ਇਹ 80% ਮਾਰਕਸ ਸਾਨੂੰ ਮੈਰਿਟ ਦੇ ਵਿੱਚ ਵੀ ਲੈ ਕੇ ਆ ਸਕਦੇ ਆ, ਸਾਨੂੰ ਸਾਡੀ ਜੋ ਡਿਜ਼ਾਇਰਡ ਪੋਸਟ ਆ ਉਹ ਵੀ ਦਵਾ ਸਕਦੇ ਆ। ਠੀਕ ਹੈ, ਇਸ ਕਰਕੇ ਆਪਾਂ ਇਸ ਪੇਪਰ ਵੱਲ ਬਹੁਤ ਧਿਆਨ ਦੇਣਾ ਹੈਗਾ। ਇਹਦੇ ਵਿੱਚੋਂ ਆਪਾਂ ਮਾਰਕਸ ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰਨੀ ਹੈ। ਸੈਕਿੰਡ ਦੇਖੋ, ਇਹਦੇ ਲਈ ਆਪਾਂ ਨੂੰ ਕੋਈ ਐਕਸਟਰਾ ਨੌਲੇਜ ਦੀ ਜ਼ਰੂਰਤ ਵੀ ਨਹੀਂ ਹੈਗੀ। ਜੋ ਸਾਡੀ GS ਦੀ ਨੌਲੇਜ ਆ, GS1 ਹੋ ਗਿਆ, GS2 ਹੋ ਗਿਆ, GS3 GS4, ਜੋ ਉਹ ਸਾਰੀ ਨੌਲੇਜ ਆ ਉਹ ਸਾਨੂੰ ਇੱਥੇ ਕੰਮ ਆ ਜਾਣੀ। ਹੁਣ ਦੇਖੋ GS ਦੀ ਸਾਡੀ ਨੌਲੇਜ ਕਿਉਂ ਕੰਮ ਆਉਣੀ ਆ, ਆਪਾਂ ਦੁਬਾਰਾ ਫਿਰ 1 ਨੰਬਰ ਪੇਜ 'ਤੇ ਚੱਲਦੇ ਹਾਂ। ਦੇਖੋ ਜਦੋਂ ਆਪਾਂ ਐਸੇ ਦੇ ਟੋਪਿਕ ਬਾਰੇ ਦੇਖ ਰਹੇ ਹਾਂ ਤਾਂ ਜੋ ਫਸਟ ਟੋਪਿਕ ਦੇਖੋ ਦਿੱਤਾ ਹੋਇਆ ਇਕੋਨੋਮਿਕਸ ਇਜ਼ ਟੂ ਇੰਪੋਰਟੈਂਟ ਟੂ ਬੀ ਲੈਫਟ ਟੂ ਇਕਨੋਮਿਸਟ। ਦੇਖੋ ਉਹ ਇਹ GS3 ਦੇ ਵਿੱਚ ਪੁੱਛਿਆ ਹੋਇਆ, ਇਕਨੋਮਿਕਸ ਦੇ ਵਿੱਚ ਪੁੱਛਿਆ ਹੋਇਆ, ਦੇਖੋ ਐਸੇ ਹੈ। ਠੀਕ ਹੈ ਨਾ। ਸੈਕਿੰਡ ਨੰਬਰ ਦੇਖੋ ਜੋ ਐਸੇ ਪੁੱਛਿਆ ਹੋਇਆ ਇਹ GS2 ਦੇ ਵਿੱਚੋਂ ਆ, ਪੋਲਿਟੀ ਦੇ ਰਿਗਾਰਡਿੰਗ ਪੁੱਛਿਆ ਹੋਇਆ। ਜੋ ਥਰਡ ਪੈਂਡੈਮਿਕ ਟਾਈਮਸ ਟੈਕਨੋਲੋਜੀ ਦੀ ਗੱਲ ਕੀਤੀ ਹੋਈ ਹੈ ਐਂਡ ਸੋਸ਼ਲ ਐਂਗਲ ਤੋਂ ਵੀ ਗੱਲ ਕੀਤੀ ਹੋਈ ਹੈ। ਇਟ ਮੀਨਸ ਕਿ ਇਹ ਜੋ ਐਸੇ ਆ ਇਹ ਥੋੜ੍ਹਾ ਜਿਹਾ ਮਿਕਸਅਪ ਹੋ ਜਾਂਦਾ, ਲੇਕਿਨ ਇਹ ਵੀ GS ਦੇ ਨੌਲੇਜ ਦੇ ਬੇਸ 'ਤੇ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ। ਫੋਰਥ ਜੋ ਕੁਐਸਚਨ ਹੈਗਾ ਦੇਖੋ ਐਗਰੀਕਲਚਰ ਬਾਰੇ ਪੁੱਛਿਆ ਹੋਇਆ, ਠੀਕ ਹੈ ਨਾ, ਐਂਡ ਐਗਰੀਕਲਚਰ ਦਾ ਜੋ ਟੋਪਿਕ ਹੈ GS3 ਇਕੋਨਮੀ ਦੇ ਵਿੱਚ ਆ ਜਾਂਦਾ। ਜੋ ਫਿਫਥ ਕੁਐਸਚਨ ਆ ਦੇਖੋ ਇਹ ਵੀ ਇਨਵਾਇਰਮੈਂਟ ਬਾਰੇ ਪੁੱਛਿਆ ਹੋਇਆ ਐਂਡ ਸਿਕਸਥ ਜੋ ਹੈਗਾ ਇੰਡੀਅਨ ਡਿਆਸਪੋਰਾ ਇਨਵਾਇਰਮੈਂਟ IR ਦੇ ਟੋਪਿਕ ਦੇ ਵਿੱਚ ਪੁੱਛਿਆ ਗਿਆ। ਸੋ ਇਟ ਮੀਨਸ ਕੀ ਆ ਆਪਣੀ ਜੋ GS ਦੀ ਨੌਲੇਜ ਹੈਗੀ ਆ ਉਹੀ ਆਪਾਂ ਇੱਥੇ ਦਿਖਾਉਣੀ ਆ, ਬਟ ਉਹ ਦਿਖਾਉਣ ਦਾ ਜੋ ਮੈਨਰ ਆ ਉਹ ਥੋੜ੍ਹਾ ਅਲੱਗ ਹੋਊਗਾ। ਠੀਕ ਹੈ ਨਾ, ਬਿਕੋਜ਼ ਆਪਾਂ ਐਸੇ ਦੇ ਵਿੱਚ ਇੱਕ ਫਾਰਮਲ ਲੈਂਗੁਏਜ ਲਿਖਣੀ ਹੁੰਦੀ ਹੈ। ਜਿਵੇਂ GS ਦੇ ਜੋ ਆਨਸਰ ਆਪਾਂ ਲਿਖਦੇ ਹੁੰਦੇ ਹਾਂ ਉਹਨਾਂ ਦੇ ਵਿੱਚ ਆਪਾਂ ਪੁਆਇੰਟ ਫਾਰਮ ਦੇ ਵਿੱਚ ਲਿਖਦੇ ਹਾਂ ਜਾਂ ਅਦਰ ਫਲੋ ਚਾਰਟਸ ਵਗੈਰਾ ਬਣਾਉਣੇ ਆ, ਲੇਕਿਨ ਇਸ ਦੇ ਵਿੱਚ ਆਪਾਂ ਨੂੰ ਕਾਫੀ ਫਰੀडम ਮਿਲ ਜਾਂਦੀ ਹੈਗੀ ਹੈ। ਇਹ ਗੱਲ ਦੇਖੋ ਹੋਰ ਆਪਾਂ ਧਿਆਨ ਰੱਖਣੀ ਹੈ ਕਿ ਜੈਸੇ ਜੋ ਫੋਰਥ ਐਸੇ ਆ ਦੇਖਣ ਦੇ ਵਿੱਚ ਦੇਖੋ ਇਹ ਐਗਰੀਕਲਚਰ ਨਾਲ ਰਿਲੇਟਡ ਲੱਗ ਰਿਹਾ, ਲੇਕਿਨ ਇਹਦੇ ਵਿੱਚ ਆਪਾਂ ਸਾਰੇ ਹੀ ਐਂਗਲ ਕਵਰ ਕਰਨੇ ਆ। ਪੋਲੀਟੀਕਲ ਐਂਗਲ ਵੀ ਕਵਰ ਕਰਨਾ, ਠੀਕ ਹੈ ਨਾ, ਇਹਦਾ ਹਿਸਟੋਰੀਕਲ ਐਂਗਲ ਕੀ ਰਿਹਾ ਇਹ ਵੀ ਕਵਰ ਕਰਨਾ, ਇਨਵਾਇਰਮੈਂਟਲ ਐਂਗਲ ਵੀ ਕਵਰ ਕਰਨਾ। ਮੀਨਸ ਕਿ ਸਾਰੇ ਐਂਗਲਸ ਤੋਂ ਇੱਕ ਐਸੇ ਨੂੰ ਆਪਾਂ ਲਿਖਣ ਦੀ ਕੋਸ਼ਿਸ਼ ਕਰਨੀ। ਨੈਕਸਟ ਦੇਖੋ ਜੋ ਇੰਪੋਰਟੈਂਟ ਗੱਲ ਐਸੇ ਦੇ ਬਾਰੇ ਹੁੰਦੀ ਹੈ ਕਿ ਇਹਦੇ 'ਚ ਆਪਾਂ ਨੂੰ ਫਰੀडम ਹੁੰਦੀ ਆ ਕਿ ਆਪਾਂ ਆਪਦਾ ਮਾਈਂਡ ਲਿਖ ਸਕਦੇ ਹਾਂ, ਜੋ ਆਪਣੇ ਮਾਈਂਡ ਦੇ ਥੋਟਸ ਆ ਉਹ ਆਪਾਂ ਐਸੇ ਦੇ ਵਿੱਚ ਲਿਖ ਸਕਦੇ ਹਾਂ। ਬਿਕੋਜ਼ ਆਪਾਂ ਨੂੰ ਐਸੇ 800 ਵਰਡਸ ਦਾ ਪੁੱਛਿਆ ਗਿਆ ਹੁੰਦਾ। 800 ਵਰਡਸ ਆਪਣੀ ਲਿਮਿਟ ਹੁੰਦੀ ਹੈ, ਜਿੱਥੇ ਕਿ GS ਦੇ ਵਿੱਚ ਆਪਾਂ ਜੋ ਆਪਣਾ ਆਨਸਰ ਆ ਉਹ 150 to 250 ਵਰਡਸ ਦੇ ਵਿੱਚ ਹੀ ख़त्म ਕਰਨਾ ਹੁੰਦਾ।
वर्ड्स की काफ़ी कंसटेंट होंदी है, लेकिन उत्थे ऐसे च अपने कोले फ्रीडम आ कि आपां अपने हिसाब दे नाल जो जो पॉइंट्स आपां नूं लिखने चाहिए वो लिख सकते हैं। फोर्थ जो देखो इंपॉर्टेंट गल इह ध्यान रखनी होंदी है कि आपां ऐसे सिंपल पैराग्राफ्स विच लिखना हुंदा, ठीक है। सिंपल जस्ट लैंगुएज होंदी है अपनी, जिस तरह आपां +1 +2 ਦੇ ਵਿੱਚ ਐਸੇਸ ਲਿਖਣੇ ਹੁੰਦੇ ਸੀ, ठीक है। ਜਿਵੇਂ ਆਪਾਂ ਲੈਂਗੁਏਜ ਉਹਦੇ ਵਿੱਚ ਯੂਜ਼ ਕਰਦੇ ਸੀ, ਲੈਂਗੁਏਜ ਉਹੀ ਹੁੰਦੀ ਹੈ ਬਟ ਜੋ ਆਪਣਾ ਕੰਟੈਂਟ ਹੁੰਦਾ ਉਹ ਕੰਟੈਂਟ ਰਿਚ ਹੋਣਾ ਹੁੰਦਾ, ਠੀਕ ਹੈ ਨਾ। ਜੋ ਆਪਣਾ ਐਸੇ ਆ ਉਹ ਰਿਚ ਇਨ ਕੰਟੈਂਟ ਹੋਣਾ ਚਾਹੀਦਾ ਹੁੰਦਾ। ਸਿੰਪਲ ਵਰਡਿੰਗ ਹੁੰਦੀ ਹੈ, ਮਿਨੀਮਮ ਯੂਜ਼ ਆਫ ਡਾਇਗਰਾਮਸ ਹੁੰਦਾ। ਲਾਈਕ ਜਿਵੇਂ GS ਦਾ ਆਨਸਰ ਹੁੰਦਾ ਉਹ 'ਚ ਆਪਾਂ ਕਾਫੀ ਡਾਇਗਰਾਮਸ ਬਣਾਉਣੇ ਆ, ਕਾਫੀ ਫਲੋ ਚਾਰਟਸ ਬਣਾਉਣੇ ਆ, ਲੇਕਿਨ ਇੱਥੇ ਆਪਾਂ ਨੂੰ ਇਹ ਛੋਟ ਮਿਲ ਜਾਂਦੀ ਕਿ ਆਪਾਂ ਇਹਨਾਂ ਸਾਰਿਆਂ ਨੂੰ ਨਾ ਲਿਖ ਕੇ ਵੀ डायग्राम्स का घट यूज़ करके फ्लो चार्ट्स का घट यूज़ करके भी अपना जो ऐसे है उन्होंने बहुत वधिया लिख सकते हैं। ना हुण वो 3 गल्लां जो आपां ध्यान दे विच रखणियां एक ऐसे लिखण दे वेले, ठीक है। जेकर आपां इन्हां 3 गल्लां ध्यान रखांगे तो आपां अपने ऐसे नूं बहुत वधिया बना सकते हैं। फस्ट जो इंपॉर्टेंट चीज़ आपां ध्यान च रखनी, देखो वो हुंदा हैगा स्ट्रक्चर। अपना स्ट्रक्चर ऐसे का बहुत वधिया होना चाहिए। सैकेंड हुंदा हैगा कि जो कंटेंट अपना ਜਿਹਦੇ ਬੇਸ 'ਤੇ ਆਪਾਂ ਨੂੰ ਨੰਬਰ ਆਉਣੇ ਆ ਉਹ ਬਹੁਤ ਵਧੀਆ ਹੋਣਾ ਚਾਹੀਦਾ। ਐਂਡ ਥਰਡ ਇੰਪੋਰਟੈਂਟ ਹੋਣਾ ਚਾਹੀਦਾ ਜੀ ਫਲੋ, ਠੀਕ ਹੈ। ਹੁਣ ਇਹਨਾਂ ਦੇ ਬਾਰੇ ਆਪਾਂ 1 ਬਾਏ 1 ਡਿਸਕਸ਼ਨ ਕਰਾਂਗੇ। ਫਸਟਲੀ ਆਪਾਂ ਸਟਰਕਚਰ ਦੇਖਦੇ ਹਾਂ ਕੀ ਹੁੰਦਾ। ਇੱਕ ਐਸੇ ਲਿਖਣ ਦੇ ਲਈ ਫਸਟ ਆਫ ਆਲ ਇੱਕ ਗੁੱਡ ਸਟਰਕਚਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ, ਬਿਕੋਜ਼ ਜੇਕਰ ਤੁਹਾਡਾ ਸਟਰਕਚਰ ਚੰਗਾ ਨਹੀਂ ਹੋਊਗਾ ਨਾ ਤਾਂ ਤੁਸੀਂ ਉੱਥੇ ਐਸੇ ਲਿਖ ਹੀ ਨਹੀਂ ਪਾਓਗੇ। सो एक गुड स्ट्रक्चर के लिए देखो एक गुड इंट्रोडक्शन होनी जरूरी है, थोड़ी शुरुआत किमें हो रही है, ठीक है। जो बॉडी आ वो बहुत वैल क्राफ्टड होनी चाहिए है। एंड थर्ड थोड़ा कंक्लूजन आ वो जो टॉपिक दिता होया उहदे ओरीएंटेड होना चाहिए। हुण 1 बाय 1 आप इन्हां बारे डिस्कशन करते हैं। फस्टली जो इंट्रोडक्शन पार्ट आ स्ट्रक्चर पार्ट बारे डिस्कशन आप करते हैं। एक स्ट्रक्चर बिल्ड होना देखो बहुत जरूरी होंदा। वी नो कि आपां 1 घंटे दे विच ऐसे लिखना होंदा, ठीक है। 1 घंटा बहुत होंदा एक ऐसे लिखण दे लई। सो उस 1 घंटे दे विचों जो 20 to 25 मिनट्स आ वो आपां फस्ट स्ट्रक्चर बिल्ड करन उपर लगाने हैगे। फस्टली आपां की करना, जो भी पिछे आपां नूं काफ़ी शीट्स देखो दित्ते 40 पेजिस होंदे आ जो PCS एग्जाम दे लई आपां नूं शीट मिलदी है, उहदे लास्ट पेज दे उपर आप एक स्ट्रक्चर बिल्ड कर सकते हैं। आप उन्होंने 20 तो 25 मिनटों के अपने दिमाग का घोड़ा दौड़ाना कि किस तरह की मैंने इंट्रोडक्शन लिखनी चाहिए है, ठीक है ना। वो थोड़े थोड़े जोड़े पॉइंट्स आ बुलेट पॉइंट तुसीं नोट कर लेने हैं। फिर जो बॉडी है, बॉडी दे विच आपां वेरीअस जोड़े एंगल्स वो कवर करने होंदे आ। तुसीं पोलीटिकल लिख के पोलीटिकल दे विच किहड़े-किहड़े तुसीं पॉइंट्स मैंशन करने आ उन्हां नूं बुलेट्स नाल लिख लो। फिर सोशल एंगल में तुसीं किहड़े-किहड़े एंगल उहदे विच लिखोगे, किहड़े-किहड़े पॉइंट्स मैंशन करोगे वो लिखो। फिर एनवायरनमेंट एंगल के किहड़े-किहड़े पॉइंट्स लिखोगे वो मैं उत्थे मतलब कि थोड़े थोड़े वर्ड लिख के रख लो, सो दैट कि जदों तुसीं ऐसे स्टार्ट करोगे तो उत्थों तुसीं आपदा हिंट लई जाना, ठीक है ना। जो पहले 20-25 मिनट हैगे आ वो सारा दिमाग का घोड़ा दौड़ा के तुसीं देखना हैगा किहड़ियां-किहड़ियां रिपोर्ट्स मैं मैंशन करूँगा, किहड़ियां सुप्रीम कोर्ट के डायरैक्टर्स मैं मैंशन करूँगा। ये सारी चीज़ां आप पहला ही पिछे एक पेज नोट डाउन कर लेनी हैगी। ये नहीं है कि पूरे सेंटेंसिस नहीं लिखने होंदे, छोटे छोटे आप हिंट लिखने होंदे सो दैट जो पैसे स्टार्ट करिए तो उत्थे आपां नूं हैल्प हो जाए। ना हुण आपां देखते हैं कि इंट्रोडक्शन किवें होनी चाहिए एक ऐसे दी। देखो बहुत सारे जो कॉमन ऐसेज होंदे आ, कॉमन ऐसेज मीनस आपां प्रोडिक्ट करने होंदे ऐसे जो न्यूज़ दे विच आ रहे ने टॉपिक्स, उन्हां दियां जो इंट्रोडक्शनस आ वो आपां ऑलरेडी तैयार कर लेनी है। जिवें सपोज करो कोई चाइल्ड लेबर का इशू आ या कोई पॉवर्टी का इशू आ या कोई अनएम्पलॉयमेंट का इशू आ या कोई एग्रीकल्चर का इशू आ जो उस वेले न्यूज़ दे विच चल रहा। जिवें सपोज करो अज तो 3 महीने बाद जेकर मेन्स हो रहा एंड कोई इशू न्यूज़ दे विच आ रहा तो वो इंट्रोडक्शन पहला ही तैयार करके रखो, सो दैट कि इन केस जेकर वो टॉपिक पेपर दे विच आउंदा हैगा तो आपां वो जिहड़ी अपनी पहला ही बनाई हुई इंट्रोडक्शन आ वो उत्थे लिख सकीए थोड़ा बहुता चेंज करके, ठीक है ना। हुण इंट्रोडक्शन आपां किवें स्टार्ट कर सकते हैं, किस तरह आपां एक ऐसे दी इंट्रोडक्शन लिखनी हुंदी है। इंट्रोडक्शन क्यों जरूरी है, बिकॉज जेकर शुरुआत देखो चंगी होगी ना तो एग्जामिनर का इंटरस्ट राइज होगा
एक एग्जामिनर ਨੂੰ बहुत सारे ऐसे पढ़ने पैंदे आ। सो इस करके अपनी जो इंट्रोडक्शन आ वो समथिंग यूनीक होनी चाहिए है, सो दैट कि ਜਦੋਂ ਐਗਜ਼ਾਮੀਨਰ ਆਪਣੀ ਸ਼ੀਟ ਸਟਾਰਟ ਕਰੇ, ਜਦੋਂ ਉਹ ਇੰਟਰੋਡਕਸ਼ਨ ਪੜ੍ਹੇ ਤਾਂ ਉਹਨੂੰ ਉਹਦਾ ਇੰਟਰਸਟ ਰਾਈਜ਼ ਹੋਵੇ ਵੀ ਹਾਂ ਸਮਥਿੰਗ ਯੂਨੀਕ ਹੋਊਗਾ ਇਸ ਐਸੇ ਦੇ ਵਿੱਚ। ਬਿਕੋਜ਼ ਜੇਕਰ ਸਮਥਿੰਗ ਯੂਨੀਕ ਹੋਊਗਾ ਓਨਲੀ ਦੈਨ ਐਗਜ਼ਾਮੀਨਰ ਆਪਾਂ ਨੂੰ ਮਾਰਕਸ ਅਲੋਟ ਕਰੂਗਾ। ਸੋ ਦੇਖੋ ਹੁਣ ਆਪਾਂ ਕਿਵੇਂ ਇੰਟਰੋਡਕਸ਼ਨ ਲਿਖ ਸਕਦੇ ਹਾਂ, ਰੀਅਲ ਲਾਈਫ ਐਗਜ਼ਾਮਪਲਸ ਦੇ ਬੇਸ 'ਤੇ ਵੀ ਆਪਾਂ ਜੋ ਇੰਟਰੋਡਕਸ਼ਨ ਆ ਉਹ ਲਿਖੀ ਜਾ ਸਕਦੀ ਹੈ। ਜਿਵੇਂ ਨਿਊਜ਼ ਦੇ ਵਿੱਚ ਬਹੁਤ ਸਾਰੀਆਂ ਜੋ ਸਟੋਰੀਜ਼ ਆਉਂਦੀਆਂ ਹੁੰਦੀਆਂ, ਉਹਨਾਂ ਸਟੋਰੀਜ਼ ਤੋਂ ਹਿੰਟ ਲੈ ਕੇ ਆਪਾਂ ਜੋ ਆਪਣੀ ਇੰਟਰੋਡਕਸ਼ਨ ਆ ਉਹ ਲਿਖ ਸਕਦੇ ਹੁੰਦੇ ਆ, ਜਾਂ ਕੋਈ ਫਿਕਸ਼ਨਲ ਸਟੋਰੀ ਬਣਾ ਸਕਦੇ ਹਾਂ। ਜਿਵੇਂ ਸਪੋਜ਼ ਕਰੋ ਕੋਈ ਚਾਈਲਡ ਲੇਬਰ ਦਾ ਟੋਪਿਕ ਆ, ਤਾਂ ਆਪਾਂ ਉੱਥੇ ਆਪਣੀ ਇੱਕ ਮਨਘੜਤ ਕਹਾਣੀ ਬਣਾ ਸਕਦੇ ਹਾਂ ਕਿ ਕੋਈ ਲੜਕੀ ਆ, ਉਸ ਲੜਕੀ ਦੇ 2 ਭਰਾ ਨੇ, ਠੀਕ ਹੈ ਨਾ, ਉਹ ਵੀ ਛੋਟੇ ਨੇ, ਉਹਦੇ ਮਾਂ ਪਿਓ ਲੇਬਰ ਕਰਦੇ ਨੇ ਐਂਡ ਉਹਨੂੰ ਆਪਣੇ ਮਾਂ ਪਿਓ ਨਾਲ ਜਾ ਕੇ ਭੱਠੇ ਦੇ ਕੰਮ ਕਰਵਾਉਣਾ ਪੈਂਦਾ, ਠੀਕ ਹੈ। ਲੇਕਿਨ ਉਹਦੇ ਨਾਲ ਦੇ ਜੋ ਸਾਥੀ ਆ, ਉਹਦੇ ਆਂਢ ਗੁਆਂਢ ਦੇ ਆ, ਉਹ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ। ਇਸ ਤਰ੍ਹਾਂ ਕਰਕੇ ਆਪਾਂ ਕੋਈ ਨਾ ਕੋਈ ਸਟੋਰੀ ਬਿਲਡ ਕਰ ਸਕਦੇ ਹਾਂ। ਸਿਮਿਲਰਲੀ ਆਪਾਂ ਪੋਵਰਟੀ ਬਾਰੇ ਵੀ ਕੋਈ ਸਟੋਰੀ ਬਿਲਡ ਕਰ ਸਕਦੇ ਹਾਂ। ਮੀਨਸ ਕਿ ਜਿੰਨਾ ਟੋਪਿਕਸ ਦੇ ਉੱਪਰ ਸਟੋਰੀ ਬਿਲਡ ਕੀਤੀ ਜਾ ਸਕਦੀ ਹੈ, ਠੀਕ ਹੈ, ਉਹਨਾਂ ਦੀ ਸਟਾਰਟਿੰਗ ਆਪਾਂ ਇੱਕ ਫਿਕਸ਼ਨਲ ਸਟੋਰੀ ਦੇ ਨਾਲ ਵੀ ਕਰ ਸਕਦੇ ਹਾਂ। ਇੱਕ ਹੋਰ ਬਹੁਤ ਇੰਪੋਰਟੈਂਟ ਵੇ ਹੁੰਦਾ ਇੰਟਰੋਡਕਸ਼ਨ ਸ਼ੁਰੂ ਕਰਨ ਦਾ, ਹਿਸਟੋਰੀਕਲ ਜਾਂ ਪੋਲੀਟੀਕਲ ਫੈਕਟਸ ਦੇ ਨਾਲ, ਠੀਕ ਹੈ। ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ, ਜਿਵੇਂ ਦੇਖੋ ਜੋ 2021 ਦੇ ਵਿੱਚ ਟੋਪਿਕ ਆਇਆ ਸੀਗਾ, ਇੰਡੀਅਨ ਡੈਮੋਕ੍ਰੇਸੀ ਇਨਕਰੀਜ਼ਿੰਗਲੀ ਬਿਕਮਿੰਗ ਹੋਸਟੇਜ ਟੂ ਪਾਰਟੀ ਪੋਲੀਟਿਕਸ। ਸੋ ਉਹਦੇ ਵਿੱਚ ਮੈਂ ਦੇਖੋ ਕੀ ਕੀਤਾ ਸੀਗਾ, ਜੋ ਕੰਸਟੀਟਿਊਸ਼ਨਲ ਫੋਰਫਾਦਰ ਸੀਗੇ ਉਹਨਾਂ ਦੀ ਵਿਜ਼ਨ ਮੈਂਸ਼ਨ ਕੀਤੀ ਕਿ ਉਹ ਕਿਸ ਤਰ੍ਹਾਂ ਦੀ ਪੋਲਿਟੀ ਇੰਡੀਆ ਦੇ ਲਈ ਚਾਹੁੰਦੇ ਸੀ, ਕਿਵੇਂ ਉਹਨਾਂ ਨੇ ਪੋਲਿਟੀ ਇੰਡੀਆ ਦੇ ਲਈ ਚੂਜ਼ ਕੀਤੀ ਹੈ, ਹੁਣ ਪੋਲਿਟੀ ਕਿੱਧਰੋਂ ਜਾ ਰਹੀ ਹੈ। ਇਹ ਮਤਲਬ ਕਿ ਆਪਾਂ ਸਟਾਰਟ ਹਿਸਟਰੀ ਤੋਂ ਕਰਨਾ ਐਂਡ ਹੌਲੀ ਹੌਲੀ ਕਰਕੇ ਆਪਾਂ ਉਸ ਟੋਪਿਕ 'ਤੇ ਪਹੁੰਚਣਾ ਹੁੰਦਾ ਜੋ ਟੋਪਿਕ ਆਪਾਂ ਨੂੰ ਪੁੱਛਿਆ ਗਿਆ ਹੁੰਦਾ। ਐਂਡ ਸਿਮਿਲਰ ਦੇਖੋ ਜਿਵੇਂ ਐਗਰੇਰੀਅਨ ਕ੍ਰਾਈਸਿਸ ਇਨ ਪੰਜਾਬ ਪੁੱਛਿਆ ਹੋਇਆ ਸੀਗਾ, ਹੁਣ ਦੀ ਸਟੇਟ ਕੀ ਆ, ਇਹਨੂੰ ਮੈਂ ਕੰਪੈਰੀਜ਼ਨ ਕੀਤਾ ਕਿ ਜਦੋਂ ਇੰਡੀਆ 'ਚ ਭੁੱਖ ਮਰੀ ਸੀਗੀ, ਠੀਕ ਹੈ ਨਾ, ਇੰਡੀਆ ਦੇ ਵਿੱਚ ਭੁੱਖ ਮਰੀ ਸੀ ਤਾਂ ਗ੍ਰੀਨ ਰੈਵੋਲੂਸ਼ਨ ਹੌਲੀ ਹੌਲੀ ਸ਼ੁਰੂ ਹੋਇਆ। ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਣ ਦੇ ਨਾਲ ਪੰਜਾਬ ਨੇ ਲੋਕਾਂ ਨੂੰ ਢਿੱਡ ਭਰਿਆ। ਉਸ ਤੋਂ ਬਾਅਦ ਹੁਣ ਦੇ ਕੀ ਹਾਲਾਤ ਆ, ਮੀਨਸ ਕਿ ਉੱਥੋਂ ਸ਼ੁਰੂ ਹੋ ਕੇ ਹੁਣ ਤੱਕ ਪਹੁੰਚਣਾ। ਤਾਂ ਹਿਸਟੋਰੀਕਲ ਫੈਕਟਸ ਨਾਲ ਸਟਾਰਟ ਕਰਨਾ ਇੱਕ ਬਹੁਤ ਵਧੀਆ ਵੇ ਹੁੰਦਾ, ਪੋਲੀਟੀਕਲ ਫੈਕਟਸ ਨਾਲ ਸਟਾਰਟ ਕਰਨਾ ਇੱਕ ਬਹੁਤ ਵਧੀਆ ਵੇ ਹੁੰਦਾ, ਜਾਂ ਇੱਕ ਹੋਰ ਬਹੁਤ ਬੈਟਰ ਵੇ ਹੁੰਦਾ ਕਿ ਆਪਾਂ ਕਿਸੇ ਕਰੰਟ ਇਸ਼ੂ ਨੂੰ ਲੈ ਕੇ ਵੀ ਜੋ ਆਪਣਾ ਐਸੇ ਉਹਨੂੰ ਸਟਾਰਟ ਕਰ ਸਕਦੇ, ਠੀਕ ਹੈ। ਸੋ ਇਹ ਤਾਂ ਹੋ ਗਈ ਦੇਖੋ ਇੰਟਰੋਡਕਸ਼ਨ ਦੀ ਗੱਲ, ਕਿ ਇੰਟਰੋਡਕਸ਼ਨ ਆਪਣੀ ਬਹੁਤ ਵਧੀਆ ਹੋਣੀ ਚਾਹੀਦੀ ਸੋ ਦੈਟ ਕਿ ਐਗਜ਼ਾਮੀਨਰ ਦਾ ਇੰਟਰਸਟ ਰਾਈਜ਼ ਹੋਵੇ। ਅੱਗੇ ਇੰਪੋਰਟੈਂਟ ਹਿੱਸਾ ਸਟਰਕਚਰ ਦਾ ਆ ਜਾਂਦਾ ਹੈਗਾ ਬੋਡੀ। ਬੋਡੀ ਦੇਖੋ ਬਹੁਤ ਇੰਪੋਰਟੈਂਟ ਇੱਕ ਪਾਰਟ ਹੁੰਦੀ ਹੈ ਐਸੇ ਦਾ। ਇੰਪੋਰਟੈਂਟ ਪਾਰਟ ਕਿਉਂ ਹੁੰਦੀ ਹੈ, ਬਿਕੋਜ਼ ਇਹ 90% ਆਫ ਐਸੇ ਕਵਰ ਕਰਦੀ ਹੈ, ਠੀਕ ਹੈ। ਟੋਟਲੀ ਦੇਖੋ ਆਪਾਂ 6 to 7 ਪੇਜਸ ਲਿਖਣੇ ਹੁੰਦੇ ਆ ਐਸੇ ਦੇ, ਟੋਟਲ 800 ਵਰਡ ਹੁੰਦੇ ਆ। ਆਪਾਂ ਐਸਟੀਮੇਟ ਲੈ ਕੇ ਚੱਲਦੇ ਹਾਂ ਕਿ ਆਪਾਂ 100 ਵਰਡ ਇੱਕ ਪੇਜ 'ਤੇ ਲਿਖਦੇ ਹਾਂ, ਤਾਂ 6 ਤੋਂ ਲੈ ਕੇ 7 ਪੇਜਾਂ ਦੇ ਵਿੱਚ ਆਪਾਂ ਜੋ ਐਸੇ ਆ ਉਹ ਖ਼ਤਮ ਕਰਨਾ ਹੁੰਦਾ। ਸੋ ਉਹਦੇ 'ਚ ਇੱਕ ਪੇਜ ਦੀ ਦੇਖੋ ਆਪਣੇ ਕੋਲ ਕੀ ਹੋ ਗਿਆ, ਇੰਟਰੋਡਕਸ਼ਨ ਹੋ ਜਾਂਦੀ ਹੈ, ਠੀਕ ਹੈ ਨਾ। ਐਂਡ ਲਾਸਟ ਵਾਲਾ ਇੱਕ ਪੇਜ ਜਿਹੜਾ ਹੈਗਾ ਉਹ ਆਪਾਂ ਰਿਫੋਰਮਸ ਲਿਖਣ ਦੇ ਲਈ, ਕਮੇਟੀ ਰਿਕਮੈਂਡੇਸ਼ਨ ਲਿਖਣ ਦੇ ਲਈ ਜਾਂ ਕਨਕਲੂਜਨ ਦੇ ਲਈ ਛੱਡ ਦਿੰਦੇ ਹੁੰਦੇ ਆ। ਸੋ ਰੈਸਟ ਆਫ ਦਾ ਜਿਹੜਾ ਪਾਰਟ ਹੈਗਾ ਜੋ 5 ਪੇਜ ਬਚਣਗੇ ਉਹ ਆਪਣੇ ਬੋਡੀ ਦੇ ਹੋਣਗੇ। ਸੋ ਇਸ ਕਰਕੇ ਬੋਡੀ ਨੂੰ ਬਹੁਤ ਵਧੀਆ ਵੇ ਨਾਲ ਲਿਖਣਾ ਬਹੁਤ ਜ਼ਰੂਰੀ ਹੁੰਦਾ, ਬਿਕੋਜ਼ ਇਸ ਬੋਡੀ ਨੇ ਹੀ ਆਪਣੇ ਮੈਕਸਿਮਮ ਮਾਰਕਸ ਫਿਚ ਕਰਨੇ ਹੁੰਦੇ। ਸੋ ਬੋਡੀ ਨੂੰ ਹੁਣ ਆਪਾਂ ਕਿਸ ਤਰ੍ਹਾਂ ਇੰਪ੍ਰੈਸਿਵ ਬਣਾ ਸਕਦੇ ਹਾਂ, ਇਹ ਜਦੋਂ ਆਪਾਂ ਕੰਟੈਂਟ ਵਾਲਾ ਪੇਜ ਕਰਾਂਗੇ, ਕੰਟੈਂਟ ਵਾਲੇ ਪਾਰਟ ਦੇ ਵਿੱਚ ਇਹਨੂੰ ਕਵਰ ਕਰਾਂਗੇ ਆਪਾਂ। ਐਂਡ ਥਰਡ ਵਨ ਜੋ ਸਟਰਕਚਰ ਦਾ ਹੁੰਦਾ ਹੈ ਕਨਕਲੂਜਨ। ਇੱਕ ਗੱਲ ਹਮੇਸ਼ਾ ਧਿਆਨ ਰੱਖਣੀ ਕਿ ਐਸੇ ਦਾ ਇੱਕ ਐਂਡ ਜ਼ਰੂਰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਆਪਾਂ ਇਹਨੂੰ ਓਪਨ ਛੱਡ ਦੇਣਾ ਕਿ ਐਗਜ਼ਾਮੀਨਰ ਆਪਣੇ ਆਪ ਪ੍ਰੈਡਿਕਟ ਕਰੀ ਚੱਲੂਗਾ ਕਿ ਸਟੂਡੈਂਟ ਕੀ ਕਹਿਣਾ ਚਾਹੁੰਦਾ। ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਪਾਂ ਕਲੀਅਰਲੀ ਆਪਣੀ ਵਿਜ਼ਨ ਦੱਸਣੀ ਹੈ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ, ਠੀਕ ਹੈ ਨਾ। ਸੋ ਇੱਕ ਬੈਸਟ ਵੇ ਦੇਖੋ ਕਨਕਲੂਜਨ ਲਿਖਣ ਦਾ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਪੋਜ਼ੀਟਿਵ ਰਿਫੋਰਮ ਲਿਖ ਰਹੇ ਹੁੰਦੇ ਹਾਂ, ਠੀਕ ਹੈ, ਕਿ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਤਾਂ ਉਹਦੇ 'ਚੋਂ 1 ਜਾਂ 2 ਪੋਜ਼ੀਟਿਵ ਰਿਫੋਰਮ ਬਚਾ ਕੇ ਰੱਖੋ ਐਂਡ ਉਹਨਾਂ ਨੂੰ ਹੀ ਤੁਸੀਂ ਕਨਕਲੂਜਨ ਦੇ ਵਿੱਚ ਲਿਖ ਦੇਣਾ, ਸੋ ਦੈਟ ਕਿ ਤੁਹਾਨੂੰ ਕਨਕਲੂਜਨ ਚੰਗੀ ਤਰ੍ਹਾਂ ਲਿਖਣ ਦੇ ਲਈ ਆਪਦਾ ਜਿਹੜਾ ਦਿਮਾਗ ਹੈ ਜ਼ਿਆਦਾ ਖਰਚ ਨਾ ਕਰਨਾ ਪਵੇ, ਬਿਕੋਜ਼ ਇਹਨਾਂ ਟਾਈਮ ਵੀ ਆਪਣੇ ਕੋਲ ਉੱਥੇ ਨਹੀਂ ਹੁੰਦਾ ਹੈਗਾ, ਠੀਕ ਹੈ ਨਾ। ਆਪਾਂ ਹੋਰ ਵੀ ਕਾਫੀ ਬੋਡੀ ਬਾਰੇ ਵੀ ਸੋਚਣਾ ਹੁੰਦਾ ਜਾਂ ਆਪਾਂ ਇੰਟਰੋਡਕਸ਼ਨ ਬਾਰੇ ਸੋਚਣਾ ਹੁੰਦਾ। ਸੋ ਇਸ ਕਰਕੇ 1-2 ਰਿਫੋਰਮ ਜਿਹੜੇ ਹੈਗੇ ਉਹ ਬਚਾ ਕੇ ਰੱਖ ਲੈਣੇ ਆ ਐਂਡ ਉਹੀ 1-2 ਰਿਫੋਰਮ ਕਨਕਲੂਜਨ ਦੇ ਵਿੱਚ ਲਿਖ ਦੇਣੇ ਆ। ਐਂਡ ਇਹਨੇ ਨਾਲ ਹੀ ਜਿਹੜਾ ਆਪਣਾ ਆਨਸਰ ਆ ਐਸੇ ਆ ਉਹ ਬਹੁਤ ਇੰਪ੍ਰੈਸਿਵ ਬਣ ਜਾਂਦਾ। ਨੈਕਸਟ ਆ ਜਾਂਦਾ ਹੈਗਾ ਜੀ ਕੰਟੈਂਟ।
ਆਪਣੇ ਐਸੇ ਦਾ ਕੰਟੈਂਟ ਬਹੁਤ ਵਧੀਆ ਹੋਣਾ ਜ਼ਰੂਰੀ ਹੈ। ਇੱਕ ਐਸੇ ਨੂੰ ਮਲਟੀਪਲ ਐਂਗਲਸ ਤੋਂ ਲਿਖਣਾ ਬਹੁਤ ਜ਼ਰੂਰੀ ਹੁੰਦਾ। ਆਲਮੋਸਟ ਟਰਾਈ ਕਰਨਾ ਕਿ ਸਾਰੇ ਐਂਗਲ ਕਵਰ ਕਰਨੇ ਆ ਕੁਐਸਚਨ ਦੀ ਡਿਮਾਂਡ 'ਤੇ, ਠੀਕ ਹੈ ਨਾ, ਵੀ ਕੁਐਸਚਨ ਆਪਾਂ ਨੂੰ ਕੀ ਡਿਮਾਂਡ ਕਰ ਰਿਹਾ, ਕਿਹੜੇ ਐਂਗਲ ਉਹ 'ਚ ਲਿਖੇ ਜਾ ਸਕਦੇ ਆ। ਜਿੰਨੇ ਵੀ ਦੇਖੋ ਆਪਣੇ GS ਦੇ ਪੇਪਰ ਨੇ ਉਹਨਾਂ ਸਾਰਿਆਂ ਨੂੰ ਦਿਮਾਗ ਸੋਚ ਲੈਣਾ, ਠੀਕ ਹੈ। ਜਿਵੇਂ GS 1 ਦੇ ਵਿੱਚ ਆਪਾਂ ਨੂੰ ਹਿਸਟਰੀ ਆ ਜਾਂਦੀ ਆ, ਕਲਚਰਲ ਐਂਗਲ ਆ ਜਾਂਦਾ, ਸਿਕਿਉਰਿਟੀ ਪਾਰਟ ਆ ਜਾਂਦਾ, ਸਾਰੇ ਐਂਗਲ ਸੋਚ ਲੈਣੇ ਆ। ਪੋਲੀਟੀਕਲ, ਸੋਸ਼ਲ, ਇਨਵਾਇਰਮੈਂਟ, ਹਿਸਟੋਰੀਕਲ, ਸਾਇੰਸ ਐਂਡ ਟੈਕ, ਕਲਚਰਲ, ਹੋਰ ਜਿੰਨੇ ਵੀ ਹੈਗੇ ਆ, ਕੋਈ ਮਿਲਟਰੀ ਦੇ ਪੱਖੋਂ ਜੇ ਕੋਈ ਇਸ ਤਰ੍ਹਾਂ ਦਾ ਐਸੇ ਆਉਂਦਾ, ਮੀਨਸ ਕਿ ਜਦੋਂ ਪੇਪਰ 'ਚ ਆਪਾਂ ਬੈਠੇ ਹੁੰਦੇ ਹਾਂ ਤਾਂ ਉਸ ਵੇਲੇ ਆਪਾਂ ਦਿਮਾਗ ਇਸ ਤਰ੍ਹਾਂ ਦੌੜਾਉਣਾ, ਠੀਕ ਹੈ ਨਾ। ਆਪਣੀ ਵਿਜ਼ਨ ਦੀ ਉਸ ਬੁੱਕਲੈਟ ਬਾਰੇ ਸੋਚ ਲਓ ਜੋ ਕਰੰਟ ਅਫੇਅਰ ਦੀ ਹੁੰਦੀ ਹੈ, ਜੀ ਕਿ ਉਹਦੇ ਵਿੱਚ ਫਸਟ ਨੰਬਰ 'ਤੇ ਪੋਲਿਟੀ ਹੁੰਦੀ ਹੈ, ਸੈਕਿੰਡ ਨੰਬਰ 'ਤੇ ਉੱਥੇ IR ਮੈਂਸ਼ਨ ਕੀਤਾ ਹੋਇਆ, ਥਰਡ ਨੰਬਰ 'ਤੇ ਇਕੋਨਮੀ ਮੈਂਸ਼ਨ ਕੀਤਾ ਹੋਇਆ। ਉਹਨਾਂ ਸਾਰੇ ਕੰਪੋਨੈਂਟਸ ਨੂੰ ਉਸ ਐਸੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੋ। ਐਸੇ ਨੂੰ ਕੰਟੈਂਟ ਰਿਚ ਬਣਾਉਣ ਦੇ ਲਈ ਦੇਖੋ ਰੀਅਲ ਲਾਈਫ ਐਗਜ਼ਾਮਪਲਸ ਜੇਕਰ ਤੁਸੀਂ ਕੋਟ ਕਰੋਗੇ ਤੁਹਾਨੂੰ ਬਹੁਤ ਬੈਨੀਫਿਟ ਹੋਊਗਾ। ਲਾਈਕ ਪਿੱਛੇ ਜਿਹੇ ਹੀ ਮੈਂ 1-2 ਦਿਨ ਪਹਿਲਾਂ ਇੱਕ NGO ਪੈਥੋਪੈਥਿਕ ਦੀ ਇੱਕ ਨਿਊਜ਼ ਮੈਂਸ਼ਨ ਕੀਤੀ ਸੀ ਕਿ ਉਹ ਉਸ ਜੋ NGO ਦੇ ਮੈਂਬਰ ਆ ਕਾਫੀ ਪੜ੍ਹੇ ਲਿਖੇ ਹੋਏ ਆ, ਲੇਕਿਨ ਉਹ ਗਰੀਬੀ ਵਾਲੇ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੀ ਹੈਲਪ ਕਰ ਰਹੇ ਆ। ਜੇਕਰ ਆਪਾਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਮੈਂਸ਼ਨ ਕਰਾਂਗੇ ਤਾਂ ਬਹੁਤ ਆਪਾਂ ਨੂੰ ਵਧੀਆ ਮਾਰਕਸ ਫੈਚ ਹੋਣਗੇ। ਇਸ ਤੋਂ ਇਲਾਵਾ ਇੱਕ ਉੜੀਸਾ ਦੇ ਸੈਲਫ ਹੈਲਪ ਗਰੁੱਪ ਦੀ ਨਿਊਜ਼ ਵੀ ਪਿੱਛੇ ਜਿਹੀ ਨਿਊਜ਼ ਦੇ ਵਿੱਚ ਆਈ ਸੀਗੀ ਕਿ ਉਹ ਸਰਕਾਰ ਦੇ ਵੱਲੋਂ ਮਿਲਟ ਪ੍ਰਮੋਸ਼ਨ ਲਈ ਉਹਨਾਂ ਨੂੰ ਅਸਾਈਨ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਜੇਕਰ ਆਪਾਂ ਰੀਅਲ ਲਾਈਫ ਐਗਜ਼ਾਮਪਲਸ ਕੋਟ ਕਰਾਂਗੇ ਉਸ ਪਰਟੀਕੂਲਰ ਐਸੇ ਦੇ ਲਈ ਤਾਂ ਆਪਾਂ ਨੂੰ ਬਹੁਤ ਵਧੀਆ ਨੰਬਰ ਜਿਹੜੇ ਹੈਗੇ ਉਹ ਮਿਲ ਸਕਦੇ ਆ। ਜ਼ਿਆਦਾ ਮੈਂਸ਼ਨ ਕਰਨਾ ਹੈ ਕਿ ਆਪਾਂ ਕੰਸਟੀਟਿਊਸ਼ਨਲ ਆਰਟੀਕਲਸ ਮੈਂਸ਼ਨ ਕਰਨ ਦੀ, ਕੰਸਟੀਟਿਊਸ਼ਨਲ ਪ੍ਰੋਵੀਜ਼ਨਸ ਨੂੰ ਮੈਂਸ਼ਨ ਕਰਨ ਦੀ, ਠੀਕ ਹੈ। ਇਸ ਤੋਂ ਇਲਾਵਾ ਜਦੋਂ ਵੀ ਆਪਾਂ ਕੋਈ ਰਿਫੋਰਮ ਲਿਖਣੇ ਆ ਤਾਂ ਸੁਪਰੀਮ ਕੋਰਟ ਜੋ ਡਾਇਰੈਕਟਿਵਸ ਆ, ਜਿਵੇਂ ਸਪੋਜ਼ ਕਰੋ ਪ੍ਰਕਾਸ਼ ਸਿੰਘ ਗਾਈਡਲਾਈਨਸ ਆਉਂਦੀਆਂ ਹੈ, ਠੀਕ ਹੈ ਨਾ, ਜਾਂ ਹੋਰ ਕੇਸ਼ਵ ਭਾਰਤੀ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕਾਫੀ ਡਾਇਰੈਕਟਿਵਸ ਦਿੱਤੇ ਗਏ ਸੀ, ਜਾਂ ਵੇਰੀਅਸ ਕਮੇਟੀਜ਼ ਗਵਰਨਮੈਂਟ ਵੱਲੋਂ ਫਾਰਮ ਕੀਤੀਆਂ ਜਾਂਦੀਆਂ ਨੇ। ਉਹਨਾਂ ਕਮੇਟੀਜ਼ ਦੀਆਂ ਜੇਕਰ ਆਪਾਂ ਰਿਕਮੈਂਡੇਸ਼ਨਸ ਲਿਖਾਂਗੇ, ਆਪਣੇ ਆਨਸਰ ਨੂੰ ਜ਼ਿਆਦਾ ਤੋਂ ਜ਼ਿਆਦਾ ਅਥੈਂਟਿਕ ਬਣਾਵਾਂਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਮਾਰਕਸ ਫੈਚ ਕਰਾਂਗੇ। ਦੇਖੋ ਐਸੇ ਦੇ ਵਿੱਚ ਆਪਾਂ ਆਪਣੇ ਪੁਆਇੰਟਸ ਤਾਂ ਲਿਖਣੇ ਆ, ਲੇਕਿਨ ਜੇਕਰ ਆਪਾਂ ਜੋ ਸਰਕਾਰ ਦੇ ਦੁਆਰਾ ਬਣਾਈਆਂ ਕਮੇਟੀਆਂ ਨੇ, ਠੀਕ ਹੈ ਨਾ, ਜੇਕਰ ਉਹਨਾਂ ਨੂੰ ਮੈਂਸ਼ਨ ਕਰਾਂਗੇ ਤਾਂ ਉਹਦੇ ਨਾਲ ਆਪਣਾ ਜਿਹੜਾ ਆਨਸਰ ਆ ਉਹ ਜ਼ਿਆਦਾ ਔਥੈਂਟਿਕ ਬਣੂਗਾ ਐਂਡ ਜ਼ਿਆਦਾ ਮਾਰਕਸ ਆਪਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਜਦੋਂ ਵੀ ਆਪਾਂ ਕੋਈ ਡੇਟਾ ਮੈਂਸ਼ਨ ਕਰਨਾ ਤਾਂ ਰਿਪਿਊਟਡ ਔਰਗਨਾਈਜੇਸ਼ਨ ਦਾ ਡੇਟਾ ਮੈਂਸ਼ਨ ਕਰਨਾ। ਉਹ ਗਵਰਨਮੈਂਟ ਔਰਗਨਾਈਜੇਸ਼ਨ ਵੀ ਹੋ ਸਕਦੀ ਆ, ਠੀਕ ਹੈ, ਉਹ ਕੋਈ ਕੋਈ ਪ੍ਰਾਈਵੇਟ ਐਂਟੀਟੀ ਵੀ ਹੋ ਸਕਦੀ ਹੈ ਜੋ ਕਿ ਰਿਪਿਊਟਡ ਹੋਵੇ, ਠੀਕ ਹੈ ਨਾ, ਜਾਂ ਕੋਈ ਨਾ ਕੋਈ ਵਰਲਡ ਬੋਡੀ ਲਾਈਕ ਵਰਲਡ ਬੈਂਕ ਹੋ ਗਿਆ, IMF ਹੋ ਗਿਆ, ਇਹ ਵੀ ਹੋ ਸਕਦੇ ਨੇ। ਜਾਂ ਬਹੁਤ ਸਾਰੇ ਜੋ NGOs ਵਰਕ ਕਰ ਰਹੇ ਆ ਉਹਨਾਂ ਦੀਆਂ ਰਿਪੋਰਟਸ ਜਿਹੜੀਆਂ ਹੁੰਦੀਆਂ ਨੇ ਉਹ ਵੀ ਆਪਾਂ ਮੈਂਸ਼ਨ ਕਰ ਸਕਦੇ ਹਾਂ। ਇੱਕ ਗੱਲ ਇਹ ਧਿਆਨ ਰੱਖਣੀ ਹੈਗੀ ਹੈ ਕਿ ਜੋ ਐਸੇ ਹੁੰਦਾ ਉਹ ਜਨਰਲੀ ਪੈਰਾਗ੍ਰਾਫ ਵਿੱਚ ਲਿਖਿਆ ਜਾਂਦਾ ਹੁੰਦਾ। ਸੋ ਜੋ ਵੀ ਕੀਵਰਡਸ ਨੇ ਉਹਨਾਂ ਨੂੰ ਤੁਸੀਂ ਅੰਡਰਲਾਈਨ ਕਰਦੇ ਰਹਿਣਾ ਹੈਗਾ ਸੋ ਦੈਟ ਕਿ ਐਗਜ਼ਾਮੀਨਰ ਨੂੰ ਪਤਾ ਲੱਗ ਚੱਲੇ। ਨੈਕਸਟ ਇੰਪੋਰਟੈਂਟ ਹੈਗਾ ਜੀ ਫਲੋ। ਐਸੇ ਦੇ ਵਿੱਚ ਫਲੋ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਫਲੋ ਦਾ ਹੋਣਾ ਦੇਖੋ ਕਿਉਂ ਜ਼ਰੂਰੀ ਆ, ਬਿਕੋਜ਼ ਟੋਟਲ 800 ਵਰਡਸ ਨੇ ਐਸੇ ਦੇ ਐਂਡ GS ਦੇ ਵਿੱਚ ਵਰਡਸ ਕਿੰਨੇ ਹੁੰਦੇ ਨੇ, ਈਦਰ 150 ਔਰ 250। ਸੋ ਐਸੇ ਦੇ ਵਿੱਚ ਹਾਈ ਚਾਂਸਿਸ ਆਫ ਡਿਸਓਰੀਐਂਟੇਸ਼ਨ ਨੇ ਕਿ ਆਪਾਂ ਆਪਣੇ ਰਾਹ ਤੋਂ ਭਟਕ ਸਕਦੇ ਹਾਂ, ਠੀਕ ਹੈ। ਜੇਕਰ ਆਪਾਂ ਆਪਣੇ ਰਾਹ ਤੋਂ ਦੇਖੋ ਭਟਕਾਂਗੇ ਤਾਂ ਉੱਥੇ ਆਪਣੇ ਜਿਹੜੇ ਮਾਰਕਸ ਆ ਉਹ ਆਪਾਂ ਲੂਜ਼ ਕਰਾਂਗੇ। ਸੋ ਜਦੋਂ ਵੀ ਆਪਾਂ ਇੱਕ ਪੈਸੇ ਤੋਂ ਦੂਜੇ ਪੈਸੇ ਸ਼ਿਫਟ ਕਰਨਾ ਤਾਂ ਇਹ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਮੋਮੈਂਟਮ ਆਪਣਾ ਬਣਿਆ ਰਹੇ, ਠੀਕ ਹੈ। ਸੋ ਜਦੋਂ ਵੀ ਆਪਾਂ GS ਦਾ ਕੋਈ ਆਨਸਰ ਲਿਖਦੇ ਹੁੰਦੇ ਹਾਂ ਤਾਂ ਆਪਾਂ ਨੂੰ ਪਤਾ ਕਿ ਆਪਾਂ ਨੂੰ ਇੱਕ ਤਾਂ ਪੋਜ਼ੀਟਿਵ ਵਰਡਸ ਹੁੰਦੀ ਆ, ਟਾਈਮ ਲਿਮਿਟਸ ਹੁੰਦੀ ਆ, ਹੋਰ ਕਾਫੀ ਕੰਸਟੈਂਟਸ ਹੁੰਦੀਆਂ, ਲੇਕਿਨ ਐਸੇ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਸੋ ਇਸ ਕਰਕੇ ਐਬਰਪਟਲੀ ਇੱਕ ਪੈਸੇ ਤੋਂ ਦੂਜੇ ਪੈਸੇ ਨੂੰ ਸ਼ਿਫਟ ਨਹੀਂ ਕਰਨਾ ਹੈਗਾ, ਮੋਮੈਂਟਮ ਆਪਣਾ ਬਣਾਈ ਰੱਖਣਾ। ਸਮ ਕੀਵਰਡਸ ਦੇਖੋ ਆਪਾਂ ਯੂਜ਼ ਕਰ ਸਕਦੇ ਹੁੰਦੇ ਹਾਂ, ਜਿਵੇਂ ਮੋਰ ਓਵਰ ਯੂਜ਼ ਕਰ ਲਿਆ, ਜਾਂ ਜੇਕਰ ਆਪਾਂ ਕੋਈ ਐਂਗਲਸ ਜਿਵੇਂ ਪੋਲੀਟੀਕਲ ਐਂਗਲ, ਇਕਨੋਮਿਕ ਐਂਗਲ ਦੇ ਬੇਸ 'ਤੇ ਐਸੇ ਲਿਖ ਰਹੇ ਹਾਂ ਤਾਂ ਆਪਾਂ ਇਹ ਵੀ ਲਿਖ ਸਕਦੇ ਹਾਂ। ਫਸਟ ਐਸੇ ਤੋਂ ਆਪਾਂ ਲਿਖਿਆ ਪੋਲੀਟੀਕਲੀ, ਫਸਟ ਐਸੇ ਦਾ ਫਸਟ ਪੈਸੇਜ, ਸੈਕਿੰਡ ਪੈਸੇਜ ਨੂੰ ਆਪਾਂ ਲਿਖ ਸਕਦੇ ਹਾਂ ਇਕਨੋਮਿਕਲੀ, ਜਾਂ ਫਰੋਮ ਇਕਨੋਮਿਕ ਐਂਗਲ, ਜਾਂ ਫਰੋਮ ਸੋਸ਼ਲ ਐਂਗਲ, ਠੀਕ ਹੈ ਨਾ, ਫਰੋਮ ਇਨਵਾਇਰਮੈਂਟ ਐਂਗਲ। ਮਤਲਬ ਕਿ ਇਸ ਤਰ੍ਹਾਂ ਨਾਲ ਆਪਾਂ ਜਿਹੜਾ ਆਪਣਾ ਐਸੇ ਆ ਉਹਨੂੰ
ਉਹਦੇ ਮੋਮੈਂਟਮ ਨੂੰ ਬਰਕਰਾਰ ਰੱਖਣਾ ਹੁੰਦਾ, ਠੀਕ ਹੈ ਨਾ। ਨਾਓ ਨੈਕਸਟ ਵਨ, ਨੈਕਸਟ ਹੈਗਾ ਜੀ ਕਿ ਹੁਣ ਇਹ ਸਾਰੀਆਂ ਗੱਲਾਂ ਆਪਾਂ ਨੂੰ ਪਤਾ ਲੱਗ ਗਈਆਂ ਕਿ ਸਾਡੇ ਕੰਟੈਂਟ ਰਿਚ ਐਸੇ ਹੋਣਾ ਚਾਹੀਦਾ, ਗੁੱਡ ਸਟਰਕਚਰ ਹੋਣਾ ਚਾਹੀਦਾ, ਗੁੱਡ ਫਲੋ ਹੋਣਾ ਚਾਹੀਦਾ। ਹੁਣ ਅੱਗੇ ਦੇਖੋ ਆਪਾਂ ਕੀ ਕਰਨਾ, ਕਿਉਂਕਿ ਇਹ ਗੱਲਾਂ ਤੁਹਾਨੂੰ ਪਤਾ ਲੱਗ ਚੁੱਕੀਆਂ ਆਪਾਂ ਨੂੰ। ਹੁਣ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਦੇ ਲਈ ਆਪਾਂ ਕੀ ਕਰਨਾ ਹੈਗਾ, ਫਸਟ ਆਫ ਆਲ ਜੋ ਵੀ ਟੋਪਰਸ ਨੇ ਉਹਨਾਂ ਦੇ ਐਸੇ ਕਾਪੀਜ਼ ਜ਼ਰੂਰ ਦੇਖੋ, ਠੀਕ ਹੈ, ਸੋ ਦੈਟ ਕਿ ਤੁਹਾਨੂੰ ਆਈਡੀਆ ਹੋ ਜਾਏ ਕਿ ਕਿਸ ਤਰ੍ਹਾਂ ਦਾ ਇੱਕ ਐਸੇ ਸਾਨੂੰ ਲਿਖਣਾ ਚਾਹੀਦਾ। ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਟੋਪਰ ਨੂੰ ਬਲਾਈਂਡਲੀ ਫੋਲੋ ਕਰਨਾ। ਜੇਕਰ ਤੁਹਾਨੂੰ ਕਿਸੇ ਇੱਕ ਟੋਪਰ ਦਾ ਇੱਕ ਐਸੇ ਚੰਗਾ ਲੱਗਿਆ, ਇੱਕ ਐਸੇ ਚੰਗਾ ਨਹੀਂ ਲੱਗਿਆ, ਜਾਂ ਕਿਸੇ ਇੱਕ ਟੋਪਰ ਦੇ ਤੁਹਾਨੂੰ ਸਮ ਪੁਆਇੰਟਸ ਚੰਗੇ ਲੱਗੇ ਆ, ਤਾਂ ਸਮ ਪੁਆਇੰਟਸ ਤੋਂ ਉਸ ਟੋਪਰ ਤੋਂ ਪਿਕ ਕਰੋ, ਸਮ ਪੁਆਇੰਟਸ ਕਿਸੇ ਅਦਰ ਟੋਪਰ ਤੋਂ ਪਿਕ ਕਰੋ। ਇਸ ਤਰ੍ਹਾਂ ਕਰਕੇ ਆਪਦਾ ਜਿਹੜਾ ਐਸੇ ਉਹਨੂੰ ਤੁਸੀਂ ਵਧੀਆ ਤੋਂ ਵਧੀਆ ਬਣਾ ਸਕਦੇ ਹੋ। ਇੱਕ ਹੋਰ ਗੱਲ ਜਿਹੜੀ ਆਪਾਂ ਬਹੁਤ ਧਿਆਨ ਰੱਖਣੀ ਹੁੰਦੀ ਹੈ ਕਿ ਐਕਚੁਅਲ ਪੇਪਰ ਦੇ ਵਿੱਚ ਬੈਠਣ ਤੋਂ ਪਹਿਲਾਂ ਤੁਸੀਂ ਘਰ ਬੈਠ ਕੇ ਐਸੇ ਜ਼ਰੂਰ ਲਿਖਣਾ ਹੈਗਾ। ਤੁਹਾਨੂੰ ਬਹੁਤ ਸਾਰੀਆਂ ਇਨਸਾਈਟਸ ਮਿਲਣਗੀਆਂ, ਠੀਕ ਹੈ। ਜਦੋਂ ਆਪਾਂ ਆਪ ਆਨਸਰ ਸ਼ੀਟ ਚੱਕ ਕੇ ਉਹਦੇ ਉੱਪਰ ਐਸੇ ਲਿਖਾਂਗੇ ਤਾਂ ਤੁਹਾਨੂੰ ਬਹੁਤ ਗੱਲਾਂ ਇੱਕ ਨਵੀਆਂ ਪਤਾ ਲੱਗਣਗੀਆਂ। ਤੁਹਾਨੂੰ ਉੱਥੇ ਪਤਾ ਲੱਗੂਗਾ ਕਿ ਆਪਾਂ ਸਟਰਕਚਰ ਕਿਸ ਤਰ੍ਹਾਂ ਬਣਾਉਣਾ, ਠੀਕ ਹੈ। ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਥਿੰਕਿੰਗ ਪ੍ਰੋਸੈਸ ਕਿਵੇਂ ਦਾ ਕਰਨਾ, ਕਿਵੇਂ ਸੋਚਣਾ ਹੁੰਦਾ ਉੱਥੇ ਆਪਾਂ, ਠੀਕ ਹੈ। ਇਹ ਵੀ ਆਪਾਂ ਨੂੰ ਪਤਾ ਲੱਗੂਗਾ ਕਿ ਕਿੰਨੇ ਪੇਜਸ ਦੇ ਵਿੱਚ ਇੱਕ ਜਿਹੜਾ ਮੇਰਾ ਐਸੇ ਖਤਮ ਹੋਣਾ ਚਾਹੀਦਾ, ਕੀ ਮੈਂ ਉਸ ਐਸੇ ਨੂੰ ਉਸ ਵਿਦਨ ਟਾਈਮ ਲਿਮਿਟ ਦੇ ਵਿੱਚ ਪੂਰਾ ਕਰ ਪਾ ਰਿਹਾ। ਬਿਕੋਜ਼ ਇਕੱਲਾ ਇੱਕ ਐਸੇ ਲਿਖਣਾ ਜ਼ਰੂਰੀ ਨਹੀਂ ਹੁੰਦਾ। ਇਹ ਨਹੀਂ ਹੈਗਾ ਕਿ ਇੱਕ ਸਪੋਜ਼ ਕਰੋ ਕੋਈ ਇਕੋਨਮੀ 'ਤੇ ਬੇਸਡ ਜਾਂ ਜਿਵੇਂ ਐਗਰੀਕਲਚਰ 'ਤੇ ਬੇਸਡ ਕੋਈ ਐਸੇ ਆ ਗਿਆ, ਠੀਕ ਹੈ, ਉਹਦੇ ਉੱਪਰ ਤੁਸੀਂ 10-15 ਪੇਜ ਲਿਖ ਰਹੇ ਹੋ। ਸੋ ਜੇਕਰ ਤੁਸੀਂ ਇੱਕ ਐਸੇ ਦੇ ਉੱਪਰ 10-15 ਪੇਜ ਲਿਖ ਰਹੇ ਹੋ, ਇਟ ਮੀਨਸ ਕਿ ਤੁਸੀਂ ਉੱਥੇ ਆਪਦਾ ਟਾਈਮ ਵੇਸਟ ਕਰ ਰਹੇ ਹੋ, ਤੁਸੀਂ ਆਪਦੇ ਆਨਸਰ ਨੂੰ ਇੰਪਰੈਸਿਵ ਨਹੀਂ ਬਣਾ ਰਹੇ। ਕਈ ਵਾਰ ਸਾਨੂੰ ਇਸ ਤਰ੍ਹਾਂ ਹੁੰਦਾ ਨਾ ਕਿ ਵੱਡੇ ਤੋਂ ਵੱਡਾ ਐਸੇ ਮੈਂ ਲਿਖੂੰਗਾ ਤਾਂ ਐਗਜ਼ਾਮੀਨਰ ਇੰਪਰੈਸ ਹੋਊਗਾ, ਨਹੀਂ। ਜੇਕਰ ਤੁਸੀਂ ਇੱਕ ਐਸੇ ਉੱਪਰ ਆਪਦਾ ਜ਼ਿਆਦਾ ਟਾਈਮ ਵੇਸਟ ਕਰ ਰਹੇ ਹੋ, ਇਟ ਮੀਨਸ ਕਿ ਤੁਸੀਂ ਦੂਜੇ ਐਸੇ ਦੇ ਲਈ ਜਿਹੜਾ ਆਪਣਾ ਟਾਈਮ ਆ ਉਹਨੂੰ ਘਟਾ ਰਹੇ ਹੋ। ਸੋ 1 ਘੰਟਾ ਹੁੰਦਾ ਆਪਣੇ ਕੋਲ, 1 ਘੰਟਾ ਇੱਕ ਐਸੇ ਲਿਖਣ ਦੇ ਲਈ। 6 ਤੋਂ ਲੈ ਕੇ 7 ਪੇਜ ਲਿਖੋ, ਜਾਂ ਵੱਧ ਤੋਂ ਵੱਧ 7 to 8 ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਕਰ ਰਹੇ ਹੋ ਤਾਂ ਇਟ ਮੀਨਸ ਕਿ ਤੁਸੀਂ ਜੋ ਆਪਦਾ ਟਾਈਮ ਆ ਦੂਜੇ ਐਸੇ ਦੇ ਲਈ ਘਟਾ ਰਹੇ ਹੋ। ਕਿਉਂਕਿ ਵੱਧ ਤੋਂ ਵੱਧ ਤੁਸੀਂ ਉਸ ਐਸੇ ਦੇ ਵਿੱਚੋਂ ਸਪੋਜ਼ ਕਰੋ 1 ਨੰਬਰ ਜ਼ਿਆਦਾ ਫੈਚ ਕਰ ਲਿਆ, ਲੇਕਿਨ ਉੱਥੇ ਹੀ ਤੁਸੀਂ ਜੇਕਰ ਆਪਣਾ ਨੈਕਸਟ ਐਸੇ ਮਿਸ ਕੀਤਾ ਤਾਂ ਉੱਥੇ ਤੁਸੀਂ ਬਹੁਤ ਜ਼ਿਆਦਾ ਮਾਰਕਸ ਲੂਜ਼ ਕਰੋਗੇ। ਸੋ ਇਸ ਕਰਕੇ ਬਹੁਤ ਗੱਲਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ। ਸੋ ਜਦੋਂ ਵੀ ਇਹ ਫਾਈਨਲ ਐਗਜ਼ਾਮ ਤੁਹਾਡਾ ਆਉਂਦਾ ਤਾਂ ਉਸ ਤੋਂ ਪਹਿਲਾਂ ਤੁਸੀਂ ਐਸੇ ਘਰ ਬਹਿ ਕੇ ਜ਼ਰੂਰ ਲਿਖਣਾ ਹੀ ਲਿਖਣਾ ਹੈਗਾ। ਸੋ ਇਹ ਸੀ ਕੁਛ ਗੱਲਾਂ ਜੋ ਕਿ ਐਸੇ ਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ। ਜੇਕਰ ਕੋਈ ਵੀ ਤੁਹਾਨੂੰ ਗੱਲ ਸਹੀ ਨਹੀਂ ਲੱਗੀ ਤਾਂ ਉਹ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਮੈਨੂੰ ਦੱਸੋ, ਜਾਂ ਜੇਕਰ ਤੁਸੀਂ ਕੁਛ ਹੋਰ ਵੀ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਆਈ ਟਰਾਈ ਟੂ ਐਡਰੈਸ ਆਲ ਯੂਰ ਕੁਐਰੀਜ਼। ਸੋ ਥੈਂਕ ਯੂ, ਮਿਲਦੇ ਨੈਕਸਟ ਵੀਡੀਓ ਦੇ ਵਿੱਚ।